Hello and welcome to Language Savvy. ਅੱਜ ਅਸੀਂ ਗੱਲ ਕਰਾਂਗੇ ਪੀਟੀ ਦੇ ਟਫੈਸਟ ਪਾਰਟ ਦੀਆਂ that is reading and writing fill in the blanks. ਸੋ ਇਸ ਨੈਕਸਟ ਕੁਐਸਚਨ ਦੇ ਵਿੱਚ ਅਸੀਂ ਸਿੱਖਾਂਗੇ ਕਿ 4 ਡਿਫਰੈਂਟ ਸਟ੍ਰੈਟਜੀਜ਼ ਨੂੰ ਕਿੱਦਾਂ ਅਪਲਾਈ ਕਰਨਾ ਪੀਟੀ ਰੀਡਿੰਗ ਦੇ ਵਿੱਚ। ਇਹ 4 ਡਿਫਰੈਂਟ ਸਟ੍ਰੈਟਜੀਜ਼ ਨੇ। ਪਹਿਲੀ ਹੈ ਯੂਜ਼ ਆਫ ਗ੍ਰਾਮੈਟੀਕਲ ਸਕਿੱਲਸ, ਦੂਜੀ ਹੈ ਯੂਜ਼ ਆਫ ਕੋਲੋਕੇਸ਼ਨਸ, ਤੀਜੀ ਹੈ ਐਲੀਮੀਨੇਸ਼ਨ ਸਟ੍ਰੈਟਜੀ ਤੇ ਚੌਥੀ ਹੈ ਅੰਡਰਸਟੈਂਡਿੰਗ ਦ ਕੰਟੈਕਸਟ। ਤੇ ਇਸ ਕੁਐਸਚਨ ਦੇ ਵਿੱਚ ਮੈਂ ਚਾਰੇ ਸਟ੍ਰੈਟਜੀਜ਼ ਯੂਜ਼ ਕਰਕੇ ਤੁਹਾਨੂੰ ਦਿਖਾਵਾਂਗਾ ਕਿ ਇਹਨਾਂ ਸਟ੍ਰੈਟਜੀਜ਼ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ ਤੇ ਕਿੱਦਾਂ ਫਿਲ ਇਨ ਦ ਬਲੈਂਕਸ ਅਸੀਂ ਈਜ਼ੀਲੀ ਸੋਲਵ ਕਰ ਸਕਦੇ ਹਾਂ। So let's begin. In a sequence of bestsellers including The Language Instinct and How the Mind Works, Pinker has argued the swathes of our mental, social, and emotional lives may have dash as evolutionary adaptations. So Pinker एक writer ਆ ਤੇ ਉਹਨੇ ਆਪਣੀ ਬੁੱਕ ਲੈਂਗੁਏਜ ਇੰਸਟਿੰਕਟ ਐਂਡ ਹਾਊ ਦ ਮਾਈਂਡ ਵਰਕਸ ਦੇ ਵਿੱਚ ਗੱਲ ਕੀਤੀ ਹੈ ਸਾਡੇ ਮੈਂਟਲ, ਸੋਸ਼ਲ ਤੇ ਇਮੋਸ਼ਨਲ ਲਾਈਫਸ ਦੀ। ਤੋਂ ਪਹਿਲਾ ਆਪਸ਼ਨ ਪਹਿਲਾ ਫਿਲਪ ਸੋਲਵ ਕਰਨ ਤੋਂ ਪਹਿਲਾਂ ਅਸੀਂ ਇੱਕ ਹਿੰਟ ਦਿੱਤਾ ਗਿਆ ਸਾਨੂੰ ਜਿਹੜਾ ਸਾਡੀ ਮਦਦ ਕਰੇਗਾ ਗ੍ਰਾਮੈਟਿਕਲੀ ਇਹਨੂੰ ਸੋਲਵ ਕਰਨ ਦੇ ਵਿੱਚ। ਸੋ ਜਿਹੜਾ ਫਿਲ ਇਨ ਦਾ ਬਲੈਂਕ ਹੈ ਇਹ ਤੋਂ ਪਿਛਲਾ ਵਰਡ ਹੈ ਹੈਵ ਤੇ ਹੈਜ਼, ਹੈਡ ਐਂਡ ਹੈਵ is always followed by the third form. ਸੋ ਹੁਣ ਜਦੋਂ ਅਸੀਂ ਆਪਣੇ ਆਪਸ਼ਨਸ ਤੇ ਦੇਖਾਂਗੇ, ਆਪਸ਼ਨਸ ਨੂੰ ਦੇਖਾਂਗੇ, ਸਾਨੂੰ ਪਤਾ ਕਿ ਸਾਨੂੰ ਥਰਡ ਫਾਰਮ ਆਫ ਦੀ ਵਰਬ ਚਾਹੀਦੀ ਹੈ। ਉਹ ਸਾਡਾ ਆਨਸਰ ਹੈ ਤੇ ਥਰਡ ਫਾਰਮ ਆਫ ਦੀ ਵਰਬ ਹੈ ਸਾਡੇ ਕੋਲ originated, ਬਿਕੋਜ਼ ਥਰਡ ਫਾਰਮ ਦੇ ਲਾਸਟ ਦੇ ਵਿੱਚ ed ਜਾਂ d ਹੁੰਦਾ ਯੂਜੂਅਲੀ। ਸੋ ਥਰਡ ਫਾਰਮ ਹੈ originated। ਹੁਣ sometimes it seems as if nothing is dash from being explained this way. ਇਸ ਲਾਈਨ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਕੋਈ ਵੀ ਚੀਜ਼ ਮਤਲਬ ਉਹ ਇਹ that everything can be explained this way, ਕਿ ਹਰ ਇੱਕ ਚੀਜ਼ ਨੂੰ ਅਸੀਂ ਇਸ ਹਿਸਾਬ ਨਾਲ ਐਕਸਪਲੇਨ ਕਰ ਸਕਦੇ ਹਾਂ। ਸੋ ਇਹ ਜਿਹੜਾ ਸੈਂਟੈਂਸ ਹੈ ਡਬਲ ਨੈਗੇਟਿਵ ਸੈਂਟੈਂਸ ਹੈ। ਸੋ ਇੱਥੇ ਸਾਨੂੰ ਪੋਜ਼ਿਟਿਵ ਵਰਡ ਯੂਜ਼ ਕਰਨਾ ਪੈਣਾ, ਨਹੀਂ ਤੇ ਜੇ ਅਸੀਂ ਨੈਗੇਟਿਵ ਵਰਡ ਯੂਜ਼ ਕਰਤਾ ਤੇ ਸੈਂਟੈਂਸ ਜਿਹੜਾ ਪੋਜ਼ਿਟਿਵ ਸੈਂਟੈਂਸ ਹੈ ਉਹ ਨੈਗੇਟਿਵ ਹੋ ਜਾਏਗਾ। ਸੋ that being said, ਅਸੀਂ ਕਨਵਿੰਸਡ ਪ੍ਰੋਹਿਬਿਟਡ ਨਹੀਂ ਯੂਜ਼ ਕਰ ਸਕਦੇ ਕਿਉਂਕਿ ਉਹਨਾਂ ਸੈਂਸ ਚੇਂਜ ਹੋ ਜਾਏਗੀ। ਇੱਥੇ ਅਸੀਂ ਯੂਜ਼ ਕਰਾਂਗੇ ਕੋਲੋਕੇਸ਼ਨ ਤੇ ਉਹ ਕੋਲੋਕੇਸ਼ਨ ਆ ਬੀ ਇਮਿਊਨ ਫਰੋਮ। ਸੋ ਇਹਦਾ ਕਰੈਕਟ ਆਨਸਰ ਆ ਇਮਿਊਨ। ਨਾ ਕੋਲੋਕੇਸ਼ਨਸ ਕੀ ਹੁੰਦੀਆਂ ਨੇ? ਕੋਲੋਕੇਸ਼ਨਸ ਉਹ ਵਰਡ ਹੁੰਦੇ ਨੇ ਜਿਹੜੇ ਅਸੀਂ ਇਕੱਠੇ ਯੂਜ਼ ਕਰਦੇ ਹਾਂ, ਲਾਈਕ ਕੱਟ ਡਾਊਨ, ਫਾਸਟ ਫੂਡ, ਸਪੀਡ ਬ੍ਰੇਕਰ। ਇਹ ਵਰਡ ਜਿਹੜੇ ਨੈਚੁਰਲੀ ਹੈਂਡ ਇਨ ਹੈਂਡ ਚੱਲਦੇ ਨੇ, ਜਿਹੜੇ ਅਸੀਂ ਨੈਚੁਰਲੀ ਇਕੱਠੇ ਯੂਜ਼ ਕਰਦੇ ਨੇ, ਇਹ ਉਹ ਵਰਡ ਹੁੰਦੇ ਨੇ, ਇਹਨਾਂ ਨੂੰ ਕਹਿੰਦੇ ਕੋਲੋਕੇਸ਼ਨ। ਤੇ ਪੀਟੀਈ ਰੀਡਿੰਗ ਫਿਲ ਇਨ ਦਾ ਬਲੈਂਕਸ ਦੇ ਵਿੱਚ ਔਰ ਈਵਨ ਪੂਰੀ ਪੀਟੀ ਦੇ ਵਿੱਚ ਕੋਲੋਕੇਸ਼ਨਸ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ ਕਿਉਂਕਿ these are the natural sounding words। ਤੇ ਜੇ ਤੁਸੀਂ ਆਪਣੀ ਕੋਲੋਕੇਸ਼ਨਸ ਦੀ ਡਿਕਸ਼ਨਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਇਨ ਅਕੋਰਡੈਂਸ ਟੂ ਪੀਟੀ ਰੀਡਿੰਗ, ਜਿਹੜੇ ਕੋਲੋਕੇਸ਼ਨਸ ਪੀਟੀ ਰੀਡਿੰਗ ਦੇ ਵਿੱਚ ਵਾਰ-ਵਾਰ ਯੂਜ਼ ਹੁੰਦੇ ਨੇ repetitive, you can visit our website languagesavvy.com.au and help yourself by learning these collocations and improving your overall reading. So ਤੁਸੀਂ ਵਿਜ਼ਿਟ ਕਰ ਸਕਦੇ ਹੋ, ਤੁਸੀਂ ਕੋਲੋਕੇਸ਼ਨਸ ਪੜ੍ਹ ਸਕਦੇ ਹੋ ਜਿਹੜੀਆਂ repetitively ਯੂਜ਼ ਹੁੰਦੀਆਂ ਨੇ ਤੇ it will help you in your exams. So road rage, adultery, marriage, altruism are tendency to reward senior executives with corner offices on the top floor and the smaller number of women who became mechanical engineers all may have their dash in natural selection, Pinker claims. ਸੋ ਪਿੰਕਰ ਇਸ ਲਾਈਨ ਦੇ ਵਿੱਚ ਕੀ ਕਹਿ ਰਿਹਾ? ਪਿੰਕਰ ਨੇ ਬਹੁਤ ਸਾਰੀਆਂ ਪ੍ਰੋਬਲਮਸ ਮੈਂਸ਼ਨ ਕੀਤੀਆਂ, ਰੋਡ ਰੇਜ, ਅਡਲਟਰੀ, ਮੈਰਿਜ, ਅਲਟਰੂਇਜ਼ਮ, ਇਹ ਸਾਰੀਆਂ ਪ੍ਰੋਬਲਮਸ ਨੇ ਤੇ ਉਹ ਕਹਿੰਦਾ ਕਿ ਇਹਨਾਂ ਪ੍ਰੋਬਲਮਸ ਦਾ ਕੋਈ ਨਾ ਕੋਈ ਨੈਚੁਰਲ ਸਿਲੈਕਸ਼ਨ ਨਾਲ ਲੈਣਾ ਦੇਣਾ ਹੈਗਾ। ਸੋ ਇੱਥੇ ਅਸੀਂ ਯੂਜ਼ ਕਰਾਂਗੇ ਐਲੀਮੀਨੇਸ਼ਨ ਸਟ੍ਰੈਟਜੀ। ਸੋ ਅਸੀਂ ਗੱਲ ਕਰ ਰਹੇ ਹਾਂ ਪ੍ਰੋਬਲਮਸ ਦੀ। ਤਾਂ ਪ੍ਰੋਬਲਮਸ ਦੀ ਵੈਲਿਊਜ਼ ਹੁੰਦੀਆਂ ਪ੍ਰੋਬਲਮਸ ਦੀ? No, they don't have values. Demands? No, they don't have demands. Needs? No, they do not have needs. So problems have roots. Problems ਦੀ roots ਹੁੰਦੇ ਨੇ। roots ਮਤਲਬ ਕਿ ਕਿੱਥੋਂ ਉੱਠੇ, ਉਹਦਾ cause ਕੀ ਹੈ। ਸੋ ਪਿੰਕਰ ਕਹਿ ਰਿਹਾ ਕਿ ਇਹ ਜਿੰਨੀਆਂ ਵੀ ਪ੍ਰੋਬਲਮਸ ਨੇ, ਰੋਡ ਰੇਜ ਹੋ ਗਈ, ਅਡਲਟਰੀ ਹੋ ਗਈ, ਮੈਰਿਜ ਹੋ ਗਈ, ਇਹਨਾਂ ਸਾਰਿਆਂ ਦੀ ਜੜ ਜਿਹੜੀ ਆ ਉਹ ਨੈਚੁਰਲ ਸਿਲੈਕਸ਼ਨ ਆ। ਨੈਚੁਰਲ ਸਿਲੈਕਸ਼ਨ ਇਹਨੂੰ cause ਕੀਤਾ। So the controversial implications are obvious that men and women might dash in their inborn abilities. So
ਆਪਸ਼ਨਸ ਵੀ ਪੜ੍ਹਨ ਤੋਂ ਪਹਿਲਾਂ ਅਸੀਂ ਜਸਟ ਦੇਖ ਲੈਂਦੇ ਹਾਂ ਕਿ ਸੈਂਟੈਂਸ ਦੇ ਵਿੱਚ ਉਹ ਕਹਿ ਕੀ ਰਿਹਾ ਹੈ। ਕਹਿ ਰਹੇ ਨੇ ਕਿ ਮੈਨ ਤੇ ਵੂਮਨ ਉਹਨਾਂ ਦੀ ਇਨਬੋਰਨ ਐਬਿਲਿਟੀਜ਼, ਇਨਬੋਰਨ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਅਸੀਂ ਜੰਮੇ ਆ, ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਮੈਨ ਜਿਹੜੀਆਂ ਮੈਨ ਤੇ ਵੂਮਨ ਨੇ ਉਹ ਇਨਬੋਰਨ ਐਬਿਲਿਟੀਜ਼ ਦੇ ਵਿੱਚ ਡਿਫਰੈਂਟ ਨੇ, ਇੱਕ ਦੂਜੇ ਤੋਂ ਡਿਫਰੈਂਸ ਆ ਸਾਡੇ ਵਿੱਚ ਇਨਬੋਰਨ ਐਬਿਲਿਟੀਜ਼ ਨੂੰ ਲੈ ਕੇ। ਸੋ ਵੀ ਨੀਡ ਟੂ ਲੁੱਕ ਫॉर ਅ ਵਰਡ ਕਿ ਜਿਹੜਾ ਸਿਮਿਲਰ ਹੋਵੇ ਡਿਫਰੈਂਸ ਦੇ। ਹੁਣ ਅਸੀਂ ਆਪਣੇ ਆਪਸ਼ਨ ਦੇਖਾਂਗੇ, ਡਿਫਰ, ਇੰਟਰਸਟਿਡ, ਕੰਪਲਿਕੇਟ ਐਂਡ ਇੰਡਲਜ। ਹੁਣ ਇਹਨਾਂ ਚੋਂ ਕਿਹੜਾ ਵਰਡ ਹੈ ਜਿਹੜਾ ਡਿਫਰੈਂਟ ਦੇ ਸਿਮਿਲਰ ਹੈ ਜਾਂ ਉਹਦਾ ਸਿਨੋਨਿਮ ਹੈ? differ, it's like the exact same word to different, and this is the exact word that we're looking for. So the correct answer is differ. So चौथे ਦਾ answer ਹੈ differ. So differ in their inborn abilities at performing certain tasks. For example, or that parenting may have dash influence on personality. So ਇੱਥੇ influence, ਇਹ ਚਾਰੇ word ਜਿਹੜੇ ਨੇ influence ਦੀ ਗਿਣਤੀ ਕਰਨਗੇ, ਠੀਕ ਆ, ਕਿ ਕਿੰਨੀ influence ਆ। ਹੁਣ few ਤੇ a few ਜਿਹੜਾ ਹੈ ਇਹ ਸਿਰਫ ਅਸੀਂ countable things ਨਾਲ use ਕਰ ਸਕਦੇ ਹਾਂ। countable things ਕਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨੰਬਰਾਂ 'ਚ ਗਿਣ ਸਕਦੇ ਹਾਂ, ਪਰ influence ਕੋਈ ਐਸੀ ਚੀਜ਼ ਨਹੀਂ ਹੈ, you cannot count influence in numbers, right? ਤੁਸੀਂ influence ਨੂੰ numbers ਦੇ ਵਿੱਚ ਨਹੀਂ count ਕਰ ਸਕਦੇ। so a few ਤੇ few we cannot use, ਠੀਕ ਆ। ਹੁਣ ਸਾਡੇ ਕੋਲ ਹੈਗੇ little ਤੇ many। ਜਿਹੜਾ many ਹੈ ਹਮੇਸ਼ਾ plural form ਲਈ use ਹੁੰਦਾ। ਹੁਣ plural form ਕੀ ਹੈ? plural form like more than one form ਲਈ। ਜੇ ਇੱਥੇ influences ਹੁੰਦਾ ਤਾਂ ਅਸੀਂ many use ਕਰ ਸਕਦੇ ਸੀ, ਪਰ ਕੱਲੀ influence ਲਈ ਨਹੀਂ ਕਰ ਸਕਦੇ। so we are left with our correct answer। ਸਾਡਾ correct answer ਹੈ little। so ਅਸੀਂ 5 question solve ਕੀਤੇ। ਜਿਹੜਾ ਪਹਿਲਾ ਹੈ, ਪਹਿਲੇ ਦੇ ਵਿੱਚ ਅਸੀਂ grammar ਲਗਾਈ, ਦੂਸਰੇ ਦੇ ਵਿੱਚ collocations ਲਗਾਈ, ਤੀਸਰੇ ਦੇ ਵਿੱਚ ਅਸੀਂ elimination strategy ਲਾਈ, ਚੌਥੇ ਦੇ ਵਿੱਚ understanding of the context, ਤੇ ਪੰਜਵੇਂ ਦੇ ਵਿੱਚ ਇੱਕ ਵਾਰੀ ਫੇਰ ਅਸੀਂ grammar ਦਾ ਇਸਤੇਮਾਲ ਕੀਤਾ। you can see ਕਿ ਅਸੀਂ ਚਾਰੇ ਦੇ ਚਾਰੇ rules use ਕੀਤੇ ਤੇ easily ਅਸੀਂ ਇਹ question solve ਕਰ ਲਿਆ। so our correct answers were originated, immune, roots, differ and little। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਏਗੀ। ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਵੀ ਕੁਐਰੀਜ਼ ਨੇ, ਯੂ ਕੈਨ ਆਲਵੇਜ਼ ਵਿਜ਼ਿਟ languagesavvy.com.au। YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਇਫ ਯੂ ਹੈਵ ਐਨੀ ਕੁਐਸਚਨਸ ਪੋਸਟ them down in the comments below। ਧੰਨਵਾਦ।